ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਟੈਂਪਰੇਚਰ ਹੈ ਜਿਹੜਾ ਉਹ 33 ਤੋਂ ਲੈ ਕੇ 34 ਡਿਗਰੀ ਤੱਕ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਂਦੇ ਇੱਕ ਹਫ਼ਤੇ ਤੱਕ ਪੰਜਾਬ ਦਾ ਮੌਸਮ ਸਥਿਰ ਰਹਿਣਾ, ਕੋਈ ਮੀਂਹ ਕਣੀ ਦੀ, ਕੋਈ ਝੱਖੜ ਝੁੱਲੇ ਦੀ ਸੰਭਾਵਨਾ ਨਹੀਂ। ਉਹਨਾਂ ਦੇ ਕਹਿਣ ਦੇ ਮੁਤਾਬਕ ਦਿੱਲੀ ਦੇ ਵਿੱਚ ਟੈਂਪਰੇਚਰ ਕਾਫੀ ਵਧਿਆ ਹੋਇਆ, 37-38 ਡਿਗਰੀ ਉੱਥੇ ਹੋ ਜਾਂਦਾ ਹੈ। ਸੋ ਬਾਰਡਰਾਂ ਦੇ ਉੱਤੇ ਬੈਠੇ ਹੋਏ ਕਿਸਾਨ, ਉਹਨਾਂ ਨੂੰ ਚਾਹੀਦਾ ਕਿ ਉਹ ਲਗਾਤਾਰ ਜਿਵੇਂ ਡਟੇ ਹੋਏ ਆ ਅਤੇ ਸਾਡੇ ਵਰਗੇ ਨਸਲ ਦੇ ਵਿੱਚ ਫਰਜ਼ ਆ ਕਿ ਹੱਲਾਸ਼ੇਰੀ ਵੀ ਦਿੱਤੀ ਜਾਵੇ, ਉਹਨਾਂ ਦਾ ਧੰਨਵਾਦ ਵੀ ਕੀਤਾ ਜਾਵੇ, ਉਹਨਾਂ ਨੂੰ ਸਲਾਮ ਵੀ ਕੀਤੀ ਜਾਵੇ ਅਤੇ ਜਿਹੜੇ ਲੋਕ ਇਹ ਸਾਰਾ ਕੁਝ ਕਰ ਰਹੇ ਆ, ਸ਼ੁਕਰੀਆ ਉਹਨਾਂ ਦਾ ਵੀ। ਹੁਣ ਪਹਿਲੀ ਵੱਡੀ ਖਬਰ ਦੇ ਵੱਲ ਜ਼ਿਕਰ ਜਾਈਏ ਤਾਂ ਰਾਕੇਸ਼ ਟਕੈਤ ਜਿਹੜੇ ਕਿ ਕਿਸਾਨ ਆਗੂ ਆ, ਜਿਨ੍ਹਾਂ ਦੀ ਕੁੱਲ ਚਰਚਾ ਦੁਨੀਆ ਦੇ ਵਿੱਚ ਹੋ ਰਹੀ ਹੈ, ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਇਹ ਹਮਲਾ ਕੀਤਾ ਗਿਆ ਅਲਵਰ ਖੇਤਰ ਦੇ ਵਿੱਚ। ਉਹ ਇੱਕ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਜਾ ਰਹੇ ਸੀ, ਕਿਸਾਨ ਰੈਲੀ ਨੂੰ। ਉੱਥੇ ਅਚਾਨਕ ਉਹਨਾਂ ਦੇ ਉੱਤੇ ਕੁਝ ਗੁੰਡਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਜਪਾ ਦੇ ਗੁੰਡਿਆਂ ਨੇ ਸਾਡੇ ਉੱਤੇ ਹਮਲਾ ਕੀਤਾ। ਉਹਨਾਂ ਨੇ ਨਾਲ ਦੀ ਨਾਲ ਉਸ ਥਾਂ ਦੇ ਉੱਤੇ ਧਰਨਾ ਲਾਉਣਾ ਸ਼ੁਰੂ ਕਰਤਾ ਜਿਹੜੀ ਥਾਂ ਦੇ ਉੱਤੇ ਰਾਕੇਸ਼ ਟਕੈਤ ਦੇ ਉੱਤੇ ਹਮਲਾ ਹੋਇਆ। ਉਹਨਾਂ ਦੇ ਉੱਤੇ ਹਮਲਾ ਹੋਣ ਦੇ ਗੁੱਸੇ ਦੇ ਵਿੱਚ, ਨਾਰਾਜ਼ਗੀ ਦੇ ਵਿੱਚ KMP ਰੋਡ ਨੂੰ ਕਿਸਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋ ਕੇ ਜਾਮ ਕਰ ਦਿੱਤਾ ਤੇ ਇਹ ਗੱਲ ਕਹੀ ਗਈ ਹੈ ਕਿ ਇਸ ਵਕਤ ਕੇਂਦਰ ਦੀ ਸਰਕਾਰ ਹੋਸ਼ੀਆਂ ਹਰਕਤਾਂ ਦੇ ਉੱਤੇ ਉਤਰੀ ਹੋਈ ਹੈ। ਜਿਸ ਤਰੀਕੇ ਦੇ ਨਾਲ 4-5 ਗੱਡੀਆਂ ਦੇ ਸ਼ੀਸ਼ੇ ਭੰਨੇ ਗਏ ਆ, ਜਿਸ ਤਰੀਕੇ ਨਾਲ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕੇ ਤੇ ਰਾਕੇਸ਼ ਟਕੈਤ ਨੂੰ ਉੱਥੋਂ ਬਾਹਰ ਕੱਢਿਆ ਗਿਆ, ਇਹਦੇ ਤੋਂ ਬਾਅਦ ਇਹ ਪਤਾ ਲੱਗ ਜਾਂਦਾ ਹੈ ਕਿ ਕੇਂਦਰ ਦੀ ਸਰਕਾਰ ਘਬਰਾਈ ਹੋਈ ਹੈ। ਇਹ ਕਿਸਾਨਾਂ ਦੇ ਵੱਡੇ ਹਿੱਸੇ ਦੇ ਵੱਲੋਂ ਗੱਲ ਕਹੀ ਗਈ ਹੈ। ਪਰ ਨਾਲ ਦੀ ਨਾਲ ਰਾਕੇਸ਼ ਟਕੈਤ ਹੋਰਾਂ ਨੇ ਟਵੀਟ ਕਰਕੇ ਇਹ ਵੀ ਗੱਲ ਕਹੀ ਹੈ ਕਿ ਸਾਡੇ ਉੱਤੇ ਬੇਸ਼ੱਕ ਹਮਲੇ ਕੀਤੇ ਜਾ ਰਹੇ ਆ, ਮੇਰੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਪਰ ਇਹ ਕਿਸਾਨ ਅੰਦੋਲਨ ਅਸੀਂ ਖਤਮ ਨਹੀਂ ਕਰਾਂਗੇ। ਇਹ ਲਗਾਤਾਰ ਇਵੇਂ ਚੱਲਦਾ ਰਹੂਗਾ। ਸਾਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਗੀ। ਜੇਕਰ ਸਾਨੂੰ ਮਾਰਨਾ ਵੀ ਹੈ ਤਾਂ ਬੇਸ਼ੱਕ ਮਾਰ ਦਿਓ, ਪਰ ਜਾਂ ਅਸੀਂ ਜਿੱਤਾਂਗੇ ਤੇ ਜਾਂ ਫਿਰ ਅਸੀਂ ਮਰਾਂਗੇ। ਤੇ ਇਹੀ ਗੱਲ ਪੰਜਾਬ ਦੇ ਵੱਖ-ਵੱਖ ਕਿਸਾਨ ਆਗੂ ਵੀ ਸਮੇਂ-ਸਮੇਂ ਦੇ ਉੱਤੇ ਕਹਿ ਹਟੇ ਆ। ਹੁਣ ਮੇਰੇ ਮਨ ਦੇ ਵਿੱਚ ਕਈ ਸਵਾਲ ਆ ਰਹੇ ਆ। ਇੱਕ ਤਾਂ ਵੱਡਾ ਸਵਾਲ ਇਹ ਆ ਵੀ ਜਦੋਂ ਪਿਛਲੇ ਦਿਨੀਂ ਮਲੋਟ ਦੇ ਵਿੱਚ ਅਰਣੋ ਨਾਰੰਗ BJP ਦੇ ਵਿਧਾਇਕ ਦੇ ਉੱਤੇ ਹਮਲਾ ਹੋਇਆ, ਕਿਸਾਨ ਆਗੂਆਂ ਨੇ ਵੀ, ਸੰਯੁਕਤ ਕਿਸਾਨ ਮੋਰਚੇ ਨੇ ਵੀ ਇਸ ਗੱਲ ਦੀ ਨਿਖੇਧੀ ਕੀਤੀ ਹੈ ਕਿ ਇੱਦਾਂ ਅੱਗੇ ਤੋਂ ਭਵਿੱਖ ਦੇ ਵਿੱਚ ਕਿਸੇ ਨੇ ਨਹੀਂ ਕਰਨਾ। ਜੋ ਇਹ ਕੀਤਾ ਗਿਆ, ਬਦਸਲੂਕੀ ਕੀਤੀ ਗਈ ਹੈ, ਇਹ ਬਹੁਤ ਮਾੜੀ ਗੱਲ ਹੈ, ਪਰ ਕਿਸੇ ਨੇ ਭਵਿੱਖ ਦੇ ਵਿੱਚ ਇੱਦਾਂ ਦਾ ਕੁਝ ਨਹੀਂ ਕਰਨਾ। ਉਹਨਾਂ ਨੇ ਕਿਹਾ ਜੀ ਕਿ ਅਸੀਂ ਕਿਸੇ ਨੂੰ ਇਹ ਗੱਲ ਨਹੀਂ ਕਹੀ ਵੀ ਤੁਸੀਂ ਹਮਲਾ ਕਰੋ, ਪਰ ਤੋਲ ਕੇ BJP ਦੇ ਨੇਤਾ ਵੀ ਬੋਲਣ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਵੀ ਪ੍ਰਦਰਸ਼ਨ ਜਾਰੀ ਰੱਖੀਏ ਅਤੇ ਅਸੀਂ ਉਹਨਾਂ ਨੂੰ ਆਪਣੇ ਸਵਾਲਾਂ ਦੇ ਨਾਲ ਨਿਰ ਉੱਤਰ ਕਰੀਏ, ਨਾ ਕਿ ਉਹਨਾਂ ਦੇ ਲੀੜੇ ਪਾੜੀਏ। ਪਰ ਇਸ ਦੇ ਬਾਵਜੂਦ ਜੇਕਰ BJP ਦੇ ਸਮਰਥਕਾਂ ਦੇ ਵੱਲੋਂ ਕਿਸਾਨ ਆਗੂਆਂ ਦੇ ਉੱਤੇ ਹਮਲੇ ਕੀਤੇ ਜਾਂਦੇ ਆ ਤਾਂ ਮਤਲਬ ਇਹ ਹੈ ਕਿ ਆਉਂਦੇ ਸਮੇਂ ਦੇ ਵਿੱਚ ਮਾਹੌਲ ਹੋਰ ਤਣਾਅਪੂਰਨ ਬਣ ਸਕਦਾ। ਰਾਕੇਸ਼ ਟਕੈਤ ਦੇ ਅਥਰੂਆਂ ਦੇ ਕਰਕੇ ਇਹ ਅੰਦੋਲਨ ਬਚਿਆ ਹੋਇਆ। ਇਹਦੇ ਬਾਬਤ ਆਪਾਂ ਸਾਰੇ ਜਾਣਦੇ ਹਾਂ। 26 ਤਰੀਕ ਤੋਂ ਬਾਅਦ ਇਹ ਜਾਪਦਾ ਸੀ, 26 ਜਨਵਰੀ ਤੋਂ ਬਾਅਦ, ਕਿ ਕਿਸਾਨ ਅੰਦੋਲਨ ਖਿੰਡ ਗਿਆ, ਇਹ ਬਸ ਖਤਮ ਹੋ ਗਿਆ। ਬਹੁਤ ਕੁਝ ਇਹਦੇ ਵਿੱਚ ਹੋਇਆ, ਵਾਪਰਿਆ, ਅਸੀਂ ਉਹਦੀ ਤਫਸੀਲ ਦੇ ਵਿੱਚ ਨਹੀਂ ਜਾਣਾ। ਪਰ ਟਕੈਤ ਦੇ ਅਥਰੂਆਂ ਨੇ ਇਸ ਕਿਸਾਨ ਅੰਦੋਲਨ ਦੇ ਵਿੱਚ ਰੂਹ ਪਾਤੀ। ਗੋਦੀ ਮੀਡੀਆ ਇਹ ਗੱਲ ਕਹਿੰਦਾ ਵੀ ਰਾਕੇਸ਼ ਟਕੈਤ ਨੇ ਡਰਾਮਾ ਕੀਤਾ। ਚਲੋ, ਉਹਨਾਂ ਦਾ ਕੰਮ ਵੱਖਰਾ, ਉਹਨਾਂ ਨੇ ਜਿਹਦੀ ਬੋਲੀ ਬੋਲਣੀ ਆ ਉਹ ਬੋਲ ਸਕਦੇ ਆ। ਹੁਣ ਵੀ ਉਹ ਗੱਲ ਕਹਿੰਦੇ ਆ ਵੀ ਟਕੈਤ ਦੇ ਉੱਤੇ ਹਮਲਾ ਡਰਾਮਾ ਕੀਤਾ ਗਿਆ, ਪਰ ਜਿਹੜੀ ਅਸਲੀਅਤ ਆ ਉਹ ਇਹੀ ਹੈ ਕਿ ਸੰਵੇਦਨਸ਼ੀਲ ਬੰਦੇ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵੀ ਡਿੱਗਦੇ ਆ। ਸੰਵੇਦਨਸ਼ੀਲ ਬੰਦੇ ਦੇ ਉੱਤੇ ਜਦੋਂ ਹਮਲਾ ਹੁੰਦਾ, ਉਹ ਆਪ ਅੰਦਰੋਂ ਬੇਸ਼ੱਕ ਨਾ ਕੰਬਦਾ ਹੋਵੇ, ਪਰ ਉਹਨੂੰ ਚਾਹੁਣ ਵਾਲੇ ਕੰਬ ਜਾਂਦੇ ਆ। ਸੋ ਇਸ ਕਰਕੇ ਜੇਕਰ ਕਿਸੇ ਦੇ ਉੱਤੇ ਵੀ ਹਮਲਾ ਹੁੰਦਾ, ਇਹ ਬਹੁਤ ਮਾੜੀ ਗੱਲ ਹੈ। ਇਹ ਹਮਲਾ ਵਿਚਾਰਧਾਰਕ ਲੜਾਈ ਦੇ ਰੂਪ ਦੇ ਵਿੱਚ ਹੈ, ਨਾ ਕਿ ਇਹ ਸਰੀਰਕ ਲੜਾਈ ਦੇ ਰੂਪ ਦੇ ਵਿੱਚ ਹੈ। ਸੋ ਇਸ ਵਕਤ ਜਿਹੜੇ ਹਮਲੇ ਕੀਤੇ ਜਾ ਰਹੇ ਆ ਕੇਂਦਰ ਦੇ ਵੱਲੋਂ, ਇਹ ਬੜੀਆਂ ਕੋਝੀਆਂ ਗੱਲਾਂ। ਇੱਕ ਹੋਰ ਗੱਲ ਹੈ ਵੀ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਇੱਕ ਅਵੱਲੀ ਗੱਲ ਕਹੀ ਗਈ ਹੈ। ਇਸ ਗੱਲ ਦੇ ਉੱਤੇ ਮੈਂ ਵੀ ਹੈਰਾਨ ਹੋਇਆ ਵੀ ਇੱਦਾਂ ਵੀ ਹੋ ਸਕਦਾ, ਕਿਉਂਕਿ ਕੇਂਦਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਤੇ ਪੰਜਾਬ ਦੇ DGP ਨੂੰ ਚਿੱਠੀ ਲਿਖੀ ਗਈ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਜਿਹੜੇ, ਭਾਵੇਂ ਅਸੀਂ ਫਾਜ਼ਿਲਕਾ ਦੀ ਗੱਲ ਕਰੀਏ, ਫਿਰੋਜ਼ਪੁਰ ਦੀ ਗੱਲ ਕਰੀਏ, ਗੁਰਦਾਸਪੁਰ ਦੀ ਗੱਲ ਕਰੀਏ, ਕਈ ਹੋਰ ਆ, ਉਹਨਾਂ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਆ ਬਿਹਾਰ ਦੇ, UP ਦੇ, ਉਹਨਾਂ ਨੂੰ ਕਿਸਾਨ ਬੰਦੂਆ ਮਜ਼ਦੂਰ ਬਣਾ ਕੇ ਰੱਖਦੇ ਆ। ਇਹਨਾਂ ਨੂੰ ਬੰਨ੍ਹ ਕੇ ਕੰਮ ਲੈਂਦੇ ਆ, ਮਜ਼ਦੂਰੀ ਦਿੰਦੇ ਨਹੀਂਗੇ, ਰੋਟੀ ਪਾਣੀ ਦਿੰਦੇ ਨਹੀਂਗੇ, ਕੋਈ ਤਨਖਾਹ ਨਹੀਂ ਦਿੰਦੇਗੇ ਅਤੇ ਨਸ਼ਿਆਂ ਦੇ ਲੜ ਲਾ ਦਿੰਦੇ ਆ। ਸੋ ਇਸ ਗੱਲ ਦੇ ਉੱਤੇ ਪੰਜਾਬ ਦੀ ਸਰਕਾਰ ਨੇ ਅਤੇ ਕਿਸਾਨਾਂ ਨੇ ਸਖਤ ਇਤਰਾਜ਼ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਵੀ ਜੇਕਰ ਇੱਦਾਂ ਦੀ ਗੱਲ ਹੋਵੇ ਪੰਜਾਬ ਦੇ ਵਿੱਚ, ਬਈ ਮਜ਼ਦੂਰਾਂ ਨੂੰ ਅਸੀਂ ਮਿਹਨਤਾਨਾ ਨਹੀਂ ਦਿੰਦੇ, ਉਹਨਾਂ ਨੂੰ ਉਹਨਾਂ ਦੀ ਦਿਹਾੜੀ ਨਹੀਂ ਦਿੰਦੇ, ਉਹਨਾਂ ਨੂੰ ਉਹਨਾਂ ਦੇ ਕੀਤੇ ਹੋਏ ਕੰਮ ਦੇ ਪੈਸੇ ਨਹੀਂ ਦਿੰਦੇ, ਤਾਂ ਉਹ ਸਾਡੇ ਖੇਤਾਂ ਦੇ ਵਿੱਚ ਆ ਕੇ 20-20, 25-25 ਸਾਲਾਂ ਤੋਂ ਲਗਾਤਾਰ ਕੰਮ ਨਾ ਕਰਨ, 2-2 ਪੀੜ੍ਹੀਆਂ ਖੇਤਾਂ ਦੇ ਵਿੱਚ ਆ ਕੇ ਕੰਮ ਕਰਦੀਆਂ, ਪਰ ਅਸੀਂ ਤਾਂ ਉਹਨਾਂ ਨੂੰ ਆਪਣੇ ਪਰਿਵਾਰਕ ਜੀਆਂ ਵਾਂਗੂ ਰੱਖਦੇ ਹਾਂ। ਇਸ ਲੋਕਡਾਊਨ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ। ਅਸੀਂ ਕੋਈ ਅਹਿਸਾਨ ਨਹੀਂ ਕੀਤਾ, ਕਿਉਂਕਿ ਇਹ ਸਾਡਾ ਫਰਜ਼ ਬਣਦਾ। ਪਰ ਇਸ ਦੇ ਬਾਵਜੂਦ ਕੇਂਦਰ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਪਹਿਲਾਂ ਟਕੈਤ ਦੇ ਉੱਤੇ ਹੋਏ ਹਮਲੇ ਦੀ ਖਬਰ ਸਾਂਝੀ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ।
ਕਿਸਾਨ ਅੰਦੋਲਨ ਦੇ ਆਗੂ ਰਾਕੇਸ਼ ਟਕੈਤ ਦੇ ਕਾਫਲੇ ਦੇ ਉੱਤੇ ਰਾਜਸਥਾਨ ਦੇ ਵਿੱਚ ਭੀੜ ਨੇ ਹਮਲਾ ਕਰ ਦਿੱਤਾ। ਇਹ ਹਮਲਾ ਉਸ ਵਕਤ ਹੋਇਆ ਜਦੋਂ ਟਕੈਤ ਅਲਵਰ ਦੇ ਹਰਸੌਰਾ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਬਨਸੂਰ ਜਾ ਰਹੇ ਸਨ। ਇਸ ਦੌਰਾਨ ਭੀੜ ਨੇ ਟਕੈਤ ਦੇ ਕਾਫਲੇ ਦੇ ਉੱਤੇ ਇੱਟਾਂ ਵੱਟੇ ਸੁੱਟਣੇ ਸ਼ੁਰੂ ਕਰ ਦਿੱਤੇ। ਟਕੈਤ ਦੀ ਕਾਰ ਦਾ ਸ਼ੀਸ਼ਾ ਪੱਥਰ ਨਾਲ ਟੁੱਟ ਗਿਆ। ਇਸ ਸਮੇਂ ਦੌਰਾਨ ਸਮਾਜ ਵਿਰੋਧੀ ਅਨਸਰਾਂ ਨੇ ਟਕੈਤ ਦੇ ਉੱਤੇ ਸਿਆਹੀ ਵੀ ਸੁੱਟ ਦਿੱਤੀ। ਹਾਲਾਂਕਿ ਸਮੇਂ ਦੇ ਨਾਲ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਦਿਆਂ ਟਕੈਤ ਨੂੰ ਸੁਰੱਖਿਆ ਦੇ ਨਾਲ ਬਾਹਰ ਕੱਢ ਲਿਆ। ਪੁਲਿਸ ਸੁਰੱਖਿਆ ਦੇ ਵਿਚਕਾਰ ਟਕੈਤ ਨੂੰ ਉੱਥੋਂ ਬਨਸੂਰ ਲਿਜਾਇਆ ਗਿਆ। ਰਾਕੇਸ਼ ਟਕੈਤ ਨੇ ਖੁਦ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਕਾਰ ਦੇ ਉੱਤੇ ਹੋਏ ਹਮਲੇ ਦੇ ਬਾਰੇ ਕਿਹਾ ਕਿ ਭਾਜਪਾ ਦੇ ਗੁੰਡਿਆਂ ਵੱਲੋਂ ਹਮਲਾ ਲੋਕਤੰਤਰ ਦੇ ਉੱਤੇ ਕਾਤਲਾਨਾ ਤਰੀਕੇ ਨਾਲ ਕੀਤਾ ਗਿਆ। ਲੋਕ ਇਸ ਪੋਸਟ ਦੇ ਉੱਤੇ ਲਗਾਤਾਰ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ। ਇਸ ਦੇ ਨਾਲ ਹੀ ਰਾਜਸਥਾਨ ਵਿੱਚ ਵਿਰੋਧੀ ਪਾਰਟੀਆਂ ਭਾਜਪਾ ਦੇ ਉੱਤੇ ਦੋਸ਼ ਲਗਾਉਣ ਲੱਗੀਆਂ ਨੇ। ਇਸ ਦੇ ਨਾਲ ਹੀ ਪੁਲਿਸ ਨੇ ਰਾਕੇਸ਼ ਟਕੈਤ ਦੇ ਉੱਤੇ ਹਮਲਾ ਕਰਨ ਦੇ ਦੋਸ਼ ਦੇ ਵਿੱਚ ਕੁਝ ਵਿਦਿਆਰਥੀਆਂ ਨੂੰ ਜਿਹੜੇ ਕਿ ਇਸ ਵਕਤ ਬੀਜੇਪੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪਤਾ ਲੱਗਾ ਕਿ ਕੁਝ ਲੋਕ ਇਸ ਵਕਤ ਵਿਰੋਧ ਵੀ ਕਰ ਰਹੇ ਸਨ ਲਗਾਤਾਰ, ਤੇ ਉਹਨਾਂ ਲੋਕਾਂ ਦੇ ਵਿੱਚੋਂ 4 ਜਣਿਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲੋਕਤੰਤਰ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ, ਤੇ ਕਈ ਵਾਰ ਲੋਕਤੰਤਰ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਆ। ਅਸੀਂ ਲੋਕਤੰਤਰ ਦਾ ਸਤਿਕਾਰ ਕਰਦੇ ਹਾਂ, ਅਸੀਂ ਇੱਕ ਲੋਕਤੰਤਰਕ ਦੇਸ਼ ਦੇ ਵਿੱਚ ਰਹਿੰਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਕਦੇ ਪੱਥਰਬਾਜ਼ੀ ਕੀਤੀ ਹੈ ਗੁੰਡਿਆਂ ਨੇ ਆ ਕੇ, ਕਦੇ ਪਾਣੀ ਦੀਆਂ ਬੁਛਾੜਾਂ ਕਿਸਾਨਾਂ ਦੇ ਉੱਤੇ ਜਿਹੜੇ ਕਿ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਹੇ ਆ, ਸਿਆਲਾਂ ਦੇ ਮਹੀਨਿਆਂ ਦੇ ਵਿੱਚ ਉਹਨਾਂ ਦੇ ਉੱਤੇ ਪਾਣੀ ਮਾਰਿਆ ਗਿਆ। ਕਦੇ ਉਹਨਾਂ ਨੂੰ ਹੁਣ ਵੀ ਗੁੰਡੇ ਬਦਮਾਸ਼ ਕਿਹਾ ਜਾਂਦਾ, ਤੇ ਗੁੰਡੇ ਬਦਮਾਸ਼ਾਂ ਦੇ ਵੱਲੋਂ ਆ ਕੇ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ। ਇਹ ਬਹੁਤ ਮਾੜੀ ਗੱਲ ਹੈ। ਇਹ ਆਪਣੇ ਆਪ ਦੇ ਵਿੱਚ ਚਿੰਤਾਜਨਕ ਗੱਲ ਹੈ। ਸਾਨੂੰ ਨਿੱਜੀ ਤੌਰ ਦੇ ਉੱਤੇ ਬੇਹੱਦ ਦੁੱਖ ਹੋਇਆ ਜਦੋਂ ਕੁਝ ਲੋਕਾਂ ਦੇ ਵੱਲੋਂ ਬੀਜੇਪੀ ਦੇ ਵਿਧਾਇਕ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਅਸੀਂ ਅੱਜ ਵੀ ਇਹ ਗੱਲ ਕਹਿੰਦੇ ਹਾਂ, ਪਹਿਲਾਂ ਵੀ ਗੱਲ ਇਹ ਬਹੁਤ ਵਾਰ ਕਹੀ ਹੈ ਵੀ ਇੱਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ। ਅਸੀਂ ਕੋਈ ਜੰਗ ਲੜਨ ਆਏ ਹਾਂ ਜਿਹੜੀ ਉਹ ਵਿਚਾਰਧਾਰਕ ਜੰਗ ਆ। ਅਸੀਂ ਕੋਈ ਡਾਂਗਾਂ ਦੀ, ਅਸੀਂ ਕੋਈ ਲੀੜੇ ਪਾੜਨ ਦੀ, ਅਸੀਂ ਕੋਈ ਇੱਟਾਂ ਮਾਰਨ ਦੀ ਜੰਗ ਨਹੀਂ ਲੜਨ ਆਏ। ਕਿਸੇ ਕਿਸਾਨ ਨੇ ਇੱਕ ਵੱਟਾ ਮਾਰਿਆ ਹੋਵੇ 4.25 ਮਹੀਨੇ ਦੇ ਕਿਸਾਨ ਅੰਦੋਲਨ ਦੇ ਵਿੱਚ ਕਿਸੇ ਵਿਅਕਤੀ ਦੇ, ਇਹਦੇ ਬਾਬਤ ਕੋਈ ਉੱਤਰ ਦੇ ਸਕਦਾ, ਪਰ ਇਸ ਗੱਲ ਨੂੰ ਕਦੇ ਦਿਖਾਇਆ ਨਹੀਂ ਜਾਂਦਾ। ਇਸ ਗੱਲ ਦੇ ਉੱਤੇ ਹਮੇਸ਼ਾ ਗੋਦੀ ਮੀਡੀਆ ਨੇ ਵੀ ਪਰਦਾ ਪਾਇਆ, ਪਰ ਟਕੈਤ ਦੇ ਉੱਤੇ ਹਮਲਾ ਹੋਣਾ, ਇਸ ਗੱਲ ਤੋਂ ਪਤਾ ਲੱਗ ਜਾਂਦਾ ਕਿ ਆਉਂਦੇ ਸਮੇਂ ਦੇ ਵਿੱਚ ਕੁਝ ਹੋਰ ਕਿਸਾਨ ਆਗੂ ਵੀ ਨਿਸ਼ਾਨੇ ਦੇ ਉੱਤੇ ਹੋ ਸਕਦੇ ਆ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਕਿਸਾਨ ਆਗੂਆਂ ਦੇ ਵਿੱਚੋਂ ਕਈਆਂ ਨੂੰ ਧਮਕੀਆਂ ਆ ਰਹੀਆਂ, ਕਦੇ ਕੋਈ ਧਮਕੀ ਦਿੰਦਾ, ਕਦੇ ਕੋਈ ਧਮਕੀ ਦਿੰਦਾ। ਉਹ ਖੁੱਲ੍ਹ ਕੇ ਬੇਸ਼ੱਕ ਨਹੀਂ ਬਿਆਨ ਕਰਦੇ, ਕਿਉਂਕਿ ਪੰਜਾਬ ਦੇ ਵਿੱਚ ਕੁਝ ਕੁ ਲੋਕਾਂ ਦੀ ਇੱਕ ਆਦਤ ਹੈ ਵੀ ਨਹੀਂ ਜੀ ਨੇ ਡਰਾਮੇ ਕਰਦੇ ਆ, ਇਹ ਤਾਂ ਪਖੰਡ ਕਰਦੇ ਆ, ਇਹ ਤਾਂ ਇਉਂ ਕਰਦੇ, ਇਹ ਤਾਂ ਆਹ ਕਰਦੇ ਆ। ਇਸ ਕਰਕੇ ਉਹ ਆਪਣਾ ਦਰਦ ਬਿਆਨ ਸ਼ਾਇਦ ਨਾ ਕਰਦੇ ਹੋਣ, ਪਰ ਜੋ ਹਕੀਕਤਾਂ ਆਪਾਂ ਜਾਣਦੇ ਵੀ ਜੇਕਰ ਕਿਸੇ ਪਿੰਡ ਦੇ ਵਿੱਚ ਮੋਹਤਬਾਰ ਬੰਦੇ ਦੇ ਨਾਲ ਵੀ ਸਾਡਾ ਰੌਲਾ ਪਵੇ, ਜੇਕਰ ਸ਼ਹਿਰ ਦੇ ਵਿੱਚ ਕਿਸੇ ਬੰਦੇ ਨਾਲ ਸਾਡਾ ਰੌਲਾ ਪਵੇ, ਜੇਕਰ ਕਿਸੇ MLA ਦੇ ਨਾਲ ਵੀ ਸਾਡੀ ਕੋਈ ਜੰਗ ਚੱਲਦੀ ਹੋਵੇ ਵਿਚਾਰਧਾਰਕ, ਆਪਾਂ ਨੂੰ ਟਿਕ ਕੇ ਉਹ ਵੀ ਨਹੀਂ ਬੈਠ ਦਿੰਦਾ। ਤੇ ਇਸ ਵਕਤ ਕਿਸਾਨ ਆਗੂਆਂ ਦੇ ਉੱਤੇ ਕਿੰਨਾ ਪ੍ਰੈਸ਼ਰ ਹੋਊਗਾ ਜਦੋਂ ਕੇਂਦਰ ਨਾਲ ਸਿੱਧੇ ਤੌਰ ਦੇ ਉੱਤੇ ਮੱਥਾ ਲਾਇਆ, ਇਹਦੇ ਬਾਬਤ ਵੀ ਅੰਦਾਜ਼ਾ ਲਾਉਣਾ ਔਖਾ ਨਹੀਂ ਆ। ਸੋ ਟਕੈਤ ਦੇ ਉੱਤੇ ਹਮਲਾ ਬਹੁਤ ਮਾੜੀ ਗੱਲ ਹੈ। ਕਿਸੇ ਦੇ ਉੱਤੇ ਵੀ ਹਮਲਾ ਹੋਵੇ ਇਹ ਬੇਹੱਦ ਮਾੜੀ ਗੱਲ ਹੈ, ਪਰ ਜਿਸ ਤਰੀਕੇ ਨਾਲ ਕਿਸਾਨਾਂ ਦੇ ਵੱਲੋਂ ਦੋਸ਼ ਲਾਇਆ ਗਿਆ ਕਿ ਭਾਜਪਾ ਦੇ ਗੁੰਡਿਆਂ ਨੇ ਇਹ ਹਮਲਾ ਕੀਤਾ, ਇਸ ਤੋਂ ਮਾੜੀ ਗੱਲ ਕੋਈ ਹੋਰ ਹੋ ਨਹੀਂ ਸਕਦੀ। ਮਤਲਬ ਇਹ ਆ ਕਿ ਅਸੀਂ ਵਿਚਾਰਧਾਰਕ ਤੌਰ ਦੇ ਉੱਤੇ ਹਾਰ ਚੁੱਕੇ ਹਾਂ, ਇਸੇ ਕਰਕੇ ਗੁੰਡਿਆਂ ਦਾ ਅਸੀਂ ਇਸ ਵਕਤ ਆਸਰਾ ਲੈ ਰਹੇ ਹਾਂ। ਇਸ ਤੋਂ ਅਗਲੀ ਗੱਲ ਇਹ ਆ ਕਿ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਕ ਅਵੱਲੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਜੀ ਕਿ ਅਸੀਂ ਇੱਕ ਡਰਾਫਟ ਤਿਆਰ ਕਰ ਰਹੇ ਹਾਂ, ਮੇਰੀ ਫਸਲ ਮੇਰੀ ਜ਼ਮੀਨ। ਕਹਿਣ ਦਾ ਭਾਵ ਇਹ ਹੈ ਵੀ ਹੁਣ ਅਸੀਂ ਕਿਸਾਨਾਂ ਤੇ ਕਾਸ਼ਤਕਾਰਾਂ ਨੂੰ ਅੱਡ-ਅੱਡ ਕਰਕੇ ਦੇਖਾਂਗੇ। ਉਹਨਾਂ ਨੇ ਕਿਹਾ ਜੀ ਕਿ ਬਹੁਤ ਸਾਰੇ ਕਿਸਾਨ ਇਹੋ ਜਿਹੇ ਆ ਜਿਹੜੇ ਕਿ ਖੁਦ ਖੇਤੀ ਨਹੀਂ ਕਰਦੇ, ਬਹੁਤ ਸਾਰੇ ਕਾਸ਼ਤਕਾਰ ਇਹੋ ਜਿਹੇ ਹਰਿਆਣੇ ਦੇ ਵਿੱਚ ਜਿਨ੍ਹਾਂ ਦੇ ਕੋਲੇ ਆਪਣੀ ਜ਼ਮੀਨ ਦੀ ਮਾਲਕੀ ਨਹੀਂ ਆ। ਅਸੀਂ ਇਸ ਗੱਲ ਨੂੰ ਨਿਖੇੜ ਕੇ ਦੇਖਾਂਗੇ। ਅਸੀਂ ਜਿਸ ਤਰੀਕੇ ਦੇ ਨਾਲ ਰਿਕਾਰਡ ਤਿਆਰ ਕਰ ਰਹੇ ਹਾਂ ਵੀ ਕੌਣ ਕਿਸਾਨ ਆ ਤੇ ਕੌਣ ਕਾਸ਼ਤਕਾਰ ਹੈ, ਇਹਦੇ ਵਿੱਚ ਅਸੀਂ ਹੁਣ ਵੱਖਰਤਾ ਲਿਆ ਕੇ ਇਹਨੂੰ ਨਿਖੇੜ ਕੇ ਆਉਂਦੇ ਸਮੇਂ ਦੇ ਵਿੱਚ ਕਿਹਨੂੰ ਕਿੰਨੀ ਸਹੂਲਤ ਮਿਲਣੀ ਚਾਹੀਦੀ ਆ, ਕਿਹਨੂੰ ਕੀ ਮੁੱਲ ਮਿਲਣਾ ਚਾਹੀਦਾ, ਇਹਦੇ ਉੱਤੇ ਗੌਰ ਕਰਾਂਗੇ। ਪਰ ਮੇਰੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆ। ਮੰਨ ਲਓ ਤੁਹਾਡੀ ਜ਼ਮੀਨ ਮੈਂ ਠੇਕੇ ਦੇ ਉੱਤੇ ਲੈਣਾ, 2 ਸਾਲ ਮੈਂ ਜ਼ਮੀਨ ਠੇਕੇ ਦੇ ਉੱਤੇ ਲਈ ਹੈ, ਕਾਸ਼ਤਕਾਰ ਕੋਈ ਹੋਰ ਹੈ, ਕਿਸਾਨ ਕੋਈ ਹੋਰ ਹੈ। ਇੱਕ ਵਾਰ ਡਾਟਾ ਜਮ੍ਹਾਂ ਹੋ ਗਿਆ, ਉਸ ਤੋਂ ਬਾਅਦ ਮੇਰੀ ਥਾਂ ਦੇ ਉੱਤੇ ਤੁਸੀਂ ਆਪਣੀ ਜ਼ਮੀਨ ਹੈ ਜਿਹੜੀ ਸਾਲ ਬਾਅਦ, 2 ਸਾਲ ਬਾਅਦ, 4 ਸਾਲ ਬਾਅਦ ਕਿਸੇ ਹੋਰ ਨੂੰ ਠੇਕੇ ਤੇ ਦਿੱਤੀ ਹੈ। ਇਹਦਾ ਮਤਲਬ ਇਹ ਹੈ ਵੀ ਫਿਰ ਉਹਦਾ ਰਿਕਾਰਡ ਜਮ੍ਹਾਂ ਕਰਵਾਉਣਾ ਪਊਗਾ। ਜੇ ਤੁਸੀਂ ਕੱਲ੍ਹ ਨੂੰ ਠੇਕੇ ਦੇ ਉੱਤੇ ਜ਼ਮੀਨ ਦੇਣ ਦੀ ਥਾਂ ਦੇ ਉੱਤੇ ਆਪ ਖੇਤੀਬਾੜੀ ਸ਼ੁਰੂ ਕਰਤੀ, ਫਿਰ ਵਿੱਚ ਰਿਕਾਰਡ ਦੇ ਲਿਖਣਾ ਪਊਗਾ ਵੀ ਹੁਣ ਇਹਦਾ ਕਾਸ਼ਤਕਾਰ ਵੀ ਮੈਂ ਹੈਗਾ। ਮਤਲਬ ਕਹਿਣ ਦਾ ਇਹ ਹੈ ਕਿ ਇਹ ਇੱਕ ਪੇਚੀਦਾ ਮਾਮਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਉੱਤੇ ਕਿਸਾਨਾਂ ਦੇ ਇੱਕ ਹਿੱਸੇ ਨੂੰ ਇਤਰਾਜ਼ ਹੈਗਾ। ਪੰਜਾਬ ਦੇ ਵਿੱਚ ਤਾਂ ਕਿਸਾਨ ਇਹ ਚਾਹੁੰਦੇ ਹੀ ਹੈ, ਇੱਥੋਂ ਦੀ ਸਰਕਾਰ ਵੀ ਚਾਹੁੰਦੀ ਹੈ,
ਵੀ ਘੱਟੋ ਘੱਟ 1 ਸਾਲ ਆ ਜਿਹੜਾ ਉਹ ਜਿਸ ਤਰੀਕੇ ਨਾਲ ਰਿਕਾਰਡ ਜਮ੍ਹਾਂ ਕਰਵਾਉਣ ਦੀ ਗੱਲ ਕੇਂਦਰ ਦੀ ਸਰਕਾਰ ਕਹਿ ਰਹੀ ਆ, ਫਸਲਾਂ ਦਾ, ਜ਼ਮੀਨਾਂ ਦਾ ਤੇ ਬੈਂਕ ਖਾਤਿਆਂ ਦਾ, ਉਹਦੇ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਪਰ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਆ, ਉਹਨਾਂ ਹਾਲਾਤਾਂ ਤੋਂ ਵੀ ਸਬਕ ਨਾ ਹਰਿਆਣੇ ਦੀ ਸਰਕਾਰ ਸਿੱਖਦੀ ਹੈ, ਨਾ ਕੇਂਦਰ ਦੀ ਸਰਕਾਰ ਸਿੱਖਦੀ ਹੈ। ਦੁਸ਼ਯੰਤ ਚੌਟਾਲਾ ਜਿਹੜੇ ਕਿ ਉਪ ਮੁੱਖ ਮੰਤਰੀ ਹਰਿਆਣੇ ਦੇ, ਉਹਨਾਂ ਦਾ ਹੈਲੀਕਾਪਟਰ ਹਿਸਾਰ ਦੇ ਏਅਰਪੋਰਟ ਦੇ ਉੱਤੇ ਉਤਰਨਾ ਸੀ। ਉੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਗਏ। 2 ਘੰਟੇ ਤੱਕ ਚੌਟਾਲਾ ਏਅਰਪੋਰਟ ਦੇ ਅੰਦਰ ਰਹੇ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਭਾਈ ਹੁਣ ਨਹੀਂ ਗੱਲ ਬਣਨੀ ਗਈ, ਫਿਰ 6 ਕਿਲੋਮੀਟਰ ਦਾ ਸਫ਼ਰ ਉਹਨਾਂ ਨੇ ਦੁਬਾਰਾ ਹੈਲੀਕਾਪਟਰ ਦੇ ਰਾਹੀਂ ਤੈਅ ਕੀਤਾ। ਫਿਰ ਉਹਨਾਂ ਦੇ ਵੱਲੋਂ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਾ ਕੇ ਆਪਣਾ ਹੈਲੀਕਾਪਟਰ ਲਾਇਆ ਗਿਆ ਤੇ ਮਗਰਲੇ ਦਰਵਾਜ਼ੇ ਦੇ ਥਾਣੀ ਉਹ ਉੱਥੋਂ ਨਿਕਲ ਗਏ ਆ। ਯਾਨੀ ਕਿ ਇਸ ਵਕਤ ਹਰਿਆਣੇ ਦੇ ਵਿੱਚ ਵੱਡੇ ਵੱਡੇ ਨੇਤਾ ਜਿਹੜੇ ਉਹ ਕਿਸਾਨਾਂ ਦੇ ਵੱਲੋਂ ਵਾਹਣੀ ਪਾਏ ਹੋਏ ਆ। ਪਰ ਦੁੱਖ ਦੀ ਗੱਲ ਇਹ ਆ ਵੀ ਇਸ ਦੇ ਬਾਵਜੂਦ ਕਹਿੰਦੇ ਆ ਅਸੀਂ ਬਿਲਕੁਲ ਸਹੀ ਆ, ਸਾਡਾ ਕਸੂਰ ਕੋਈ ਨਹੀਂ, ਇਹ ਕਿਸਾਨ ਗੁੰਮਰਾਹ ਹਨ, ਆਮਦਨ ਅਸੀਂ ਦੁੱਗਣੀ ਕਰਨੀ ਚਾਹੁੰਦੇ ਹਾਂ, ਕਾਨੂੰਨ ਬਹੁਤ ਵਧੀਆ ਹਨ, ਕਿਸਾਨ ਸਮਝ ਕੇ ਰਾਜੀ ਨਹੀਂ। ਜਦ ਕਿ ਸਮਝ ਕੇ ਰਾਜੀ ਹਕੂਮਤ ਦੇ ਨਾਲ ਜੁੜੇ ਹੋਏ ਲੋਕ ਨਹੀਂ। ਜਦੋਂ ਵੀ ਭਾਰਤ ਦੇ ਵਿੱਚ ਲੋਕ ਸਭਾ ਦੀ ਚੋਣ ਹੁੰਦੀ ਹੈ ਜਾਂ ਕਿਸੇ ਵੀ ਸੂਬੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਹੁੰਦੀ ਹੈ, ਉਦੋਂ EVM ਦੇ ਉੱਤੇ ਜ਼ਰੂਰ ਸਵਾਲ ਉੱਠਦੇ ਆ। ਮੇਰੇ ਮਨ ਦੇ ਵਿੱਚ ਵੀ ਸਵਾਲ ਉੱਠਣੇ ਕੁਦਰਤੀ ਹੈ, ਕਿਉਂਕਿ ਮੈਂ ਇੱਕ ਵੋਟਰ ਵੀ ਹਾਂ। ਇਹ ਇਸ ਕਰਕੇ ਸਵਾਲ ਉੱਠਦੇ ਆ ਕਿਉਂਕਿ ਜਦੋਂ EVM ਦੀ ਸ਼ੁਰੂਆਤ ਕਰਨੀ ਸੀ ਭਾਰਤ ਦੇ ਵਿੱਚ, ਉਦੋਂ ਇਹ ਗੱਲ ਕਹੀ ਗਈ ਕਿ ਇਹ ਕੁਝ ਦਿਨਾਂ ਦਾ ਕੰਮ ਕੁਝ ਕੁ ਘੰਟਿਆਂ ਜਾਂ ਮਿੰਟਾਂ ਦੇ ਵਿੱਚ ਕਰਦੀ ਹੈ। ਇਹ ਗੱਲ ਕਹੀ ਗਈ ਸੀ ਕਿ ਵੋਟਾਂ ਜਿਹੜੀਆਂ ਬੈਲਟ ਪੇਪਰ ਦੇ ਰਾਹੀਂ ਪਾਉਣੀਆਂ ਇਹ ਔਖਾ ਕੰਮ ਆ, ਇਹਦੇ ਉੱਤੇ ਵੱਧ ਸਮਾਂ ਲੱਗਦਾ। ਤੇ EVM ਦੇ ਰਾਹੀਂ ਜਦੋਂ ਪੈਣਗੀਆਂ, ਇੱਕ ਤਾਂ ਵੋਟਾਂ ਦਾ ਭੁਗਤਾਨ ਛੇਤੀ ਹੋ ਜਾਂਦਾ, ਦੂਜਾ ਵੋਟਾਂ ਨੂੰ ਗਿਣਨਾ ਸੌਖਾ ਹੋ ਜਾਂਦਾ, ਇਹ ਵੀ ਕੁਝ ਕੁ ਮਿੰਟਾਂ ਦੇ ਵਿੱਚ ਨਤੀਜਾ ਆ ਜਾਂਦਾ। ਪਰ ਹੋਇਆ ਉਸ ਤੋਂ ਬਾਅਦ ਕੀ, 8-8 ਪੜਾਵਾਂ ਦੇ ਵਿੱਚ ਇੱਕ ਸੂਬੇ ਦੇ ਵਿੱਚ ਵੋਟਾਂ ਪੈਂਦੀਆਂ। ਜਦੋਂ ਵੋਟਾਂ ਪੈ ਜਾਂਦੀਆਂ ਉਸ ਤੋਂ ਬਾਅਦ ਕਿਹਾ ਜਾਂਦਾ ਜੀ 15 ਦਿਨ ਬਾਅਦ, 20 ਦਿਨ ਬਾਅਦ ਅਸੀਂ ਬਾਕੀ ਸੂਬਿਆਂ ਦੇ ਨਾਲ ਇਹਦਾ ਨਤੀਜਾ ਕੱਢਾਂਗੇ। ਤੇ ਫਿਰ ਇਹਦਾ ਫਾਇਦਾ ਹੋਇਆ EVM ਦਾ ਜਾਂ EVM ਦਾ ਨੁਕਸਾਨ ਹੋਇਆ, ਇਹਦੇ ਬਾਬਤ ਆਪੇ ਅੰਦਾਜ਼ਾ ਲਾਇਆ ਜਾ ਸਕਦਾ। ਆਪਾਂ ਜਾਣਦੇ ਕਿ ਆਮ ਆਦਮੀ ਪਾਰਟੀ ਨੇ ਵੀ ਕੁਝ ਕੁ ਸਮਾਂ ਪਹਿਲਾਂ EVM ਦੇ ਉੱਤੇ ਸਵਾਲ ਚੁੱਕੇ ਸੀ। ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਇਹ ਗੱਲ ਕਹੀ ਸੀ ਕਿ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਸਾਰਾ ਕੁਝ ਹਾਈਜੈਕ ਕੀਤਾ ਜਾ ਸਕਦਾ। ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਹਮੇਸ਼ਾ ਇਹ ਗੱਲ ਕਹੀ ਗਈ ਹੈ ਕਿ ਇਹ ਸਿਰਫ ਤੇ ਸਿਰਫ ਪੜੋਲ ਬਣਾਉਣ ਵਾਲੀ ਗੱਲ ਹੈ। ਜਦੋਂ ਵਿਰੋਧੀ ਪਾਰਟੀਆਂ ਹਾਰ ਜਾਂਦੀਆਂ ਉਹ ਕਹਿ ਦਿੰਦੀਆਂ EVM ਦੀ ਵਰਤੋਂ ਕੀਤੀ ਹੈ, ਜਦੋਂ ਜਿੱਤ ਜਾਂਦੀਆਂ ਉਦੋਂ EVM ਦਾ ਕੋਈ ਜ਼ਿਕਰ ਨਹੀਂ ਹੁੰਦਾ। ਪਰ EVM ਦੇ ਬਾਬਤ ਹਮੇਸ਼ਾ ਭੰਬਲ ਭੂਸਾ ਰਿਹਾ ਵੀ ਹੈ, ਇਸ ਤੋਂ ਪਹਿਲਾਂ, ਅੱਜ ਵੀ ਹੈ ਤੇ ਪਤਾ ਨਹੀਂ ਕਿੰਨੀ ਦੇਰ ਤੱਕ ਹੋਰ ਜਾਰੀ ਰਹੂਗਾ। ਪਰ ਹੁਣ ਇੱਕ ਕਮਾਲ ਦੀ ਖਬਰ ਸਾਹਮਣੇ ਆਈ ਹੈ ਅਸਾਮ ਦੇ ਵਿੱਚੋਂ। ਅਸਾਮ ਦੇ ਵਿੱਚ BJP ਦੇ ਇੱਕ ਉਮੀਦਵਾਰ ਦੇ ਗੱਡੀ ਦੇ ਵਿੱਚੋਂ EVM ਲੱਭੀ ਹੈ। ਉਹਦੀ ਗੱਡੀ ਦੇ ਵਿੱਚ EVM ਕਿਵੇਂ ਆ ਗਈ, ਇਹਦੇ ਉੱਤੇ ਸਵਾਲ ਉੱਠੇ ਆ। ਹੁਣ ਚੋਣ ਕਮਿਸ਼ਨ ਦੀ ਭੂਮਿਕਾ ਵੀ ਇਸ ਮਾਮਲੇ ਦੇ ਵਿੱਚ ਅਵੱਲੀ ਜੀ ਹੈ। ਚਾਹੀਦਾ ਤਾਂ ਇਹ ਆ ਵੀ ਇਸ ਮਾਮਲੇ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਜਿਹਦੀ ਗੱਡੀ ਦੇ ਵਿੱਚੋਂ EVM ਲੱਭੀ ਹੈ ਇਹ ਤਾਂ ਬਹੁਤ ਵੱਡੀ ਘਪਲੇਬਾਜ਼ੀ ਹੈ। ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਜਦੋਂ ਵੀ EVM ਲੱਭਦੀ ਹੈ ਕਿਸੇ ਨਾ ਕਿਸੇ BJP ਦੇ ਸਮਰਥਕ ਦੀ ਜਾਂ BJP ਦੇ ਆਗੂ ਦੀ ਗੱਡੀ ਦੇ ਵਿੱਚੋਂ, ਨਿੱਜੀ ਗੱਡੀ ਦੇ ਵਿੱਚੋਂ ਇਹ EVM ਲੱਭਦੀਆਂ। ਇੱਕ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਬਹੁਤ ਵਾਰ ਹੋਇਆ, ਪਰ ਇਹ ਮਾਮਲਾ ਠੰਡੇ ਬਸਤੇ ਦੇ ਵਿੱਚ ਪੈ ਜਾਂਦਾ ਕਿਉਂਕਿ ਤਕੜੇ ਦਾ ਹਮੇਸ਼ਾ 37 ਨਹੀਂ 100 ਹੁੰਦਾ। ਹੁਣ ਪਤਾ ਲੱਗਾ ਕਿ 4 ਪੋਲਿੰਗ ਅਫਸਰ ਹੈ ਜਿਹੜੇ ਉਹ ਮੁਅੱਤਲ ਕਰ ਦਿੱਤੇ ਚੋਣ ਕਮਿਸ਼ਨ ਨੇ। ਤੇ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਥਾਂ ਦੇ ਉੱਤੋਂ ਇਹ EVM ਮਿਲੀ ਆ ਤੇ ਉਸ ਥਾਂ ਦੇ ਨਾਲ ਸੰਬੰਧਿਤ ਵੋਟਾਂ ਦੁਬਾਰਾ ਪਵਾਈਆਂ ਜਾਣਗੀਆਂ। ਪਰ ਕੀ ਇੰਨੀ ਕੁ ਕਾਰਵਾਈ ਸੰਤੁਸ਼ਟੀਜਨਕ ਹੈ, ਇਹਦੇ ਉੱਤੇ ਵੀ ਕਈ ਲੋਕਾਂ ਦੇ ਕਈ ਕਿਸਮ ਦੇ ਸਵਾਲ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਅਸਾਮ ਦੇ ਵਿੱਚ ਵੀਰਵਾਰ ਨੂੰ ਦੂਜੇ ਪੜਾਅ ਦੀਆਂ ਵੋਟਾਂ ਤੋਂ ਕੁਝ ਘੰਟੇ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਹਮਣੇ ਆਈ। ਵੀਡੀਓ ਦੇ ਵਿੱਚ ਕਥਿਤ ਤੌਰ ਦੇ ਉੱਤੇ ਪੱਥਰਕੰਡੀ ਤੋਂ ਭਾਜਪਾ ਉਮੀਦਵਾਰ ਕ੍ਰਿਸ਼ ਨੰਦ ਪੌਲ ਦੀ ਕਾਰ ਦੇ ਵਿੱਚੋਂ ਇੱਕ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦਿਖਾਈ ਦਿੱਤੀ ਹੈ। ਵੀਡੀਓ ਨੂੰ ਅਸਾਮ ਦੇ ਪੱਤਰਕਾਰ ਅਤਾਨੂ ਭੁਯਾਨ ਨੇ ਟਵੀਟ ਕੀਤਾ। ਇਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਇਸ ਘਟਨਾ ਤੋਂ ਬਾਅਦ ਪੱਥਰਕੰਡੀ ਦੇ ਵਿੱਚ ਸਥਿਤੀ ਤਣਾਅਪੂਰਨ ਹੋ ਗਈ। ਇਹ ਕਾਰ ਅਸਾਮ ਦੀ ਪੱਥਰਕੰਡੀ ਵਿਧਾਨ ਸਭਾ ਸੀਟ ਦੇ ਭਾਜਪਾ ਉਮੀਦਵਾਰ ਕ੍ਰਿਸ਼ ਨੇਂਦੂ ਪੌਲ ਦੀ ਦੱਸੀ ਜਾ ਰਹੀ ਹੈ। ਚਿੱਟੇ ਰੰਗ ਦੀ ਬਲੈਰੋ ਕਾਰ ਦਾ ਨੰਬਰ AS10B0022 ਹੈ। ਇਹਦੇ ਵਿੱਚ ਇੱਕ EVM ਰੱਖੀ ਹੋਈ ਹੈ। ਅਸਾਮ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਿਪਨ ਬੋਰਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ EVM ਦੀ ਮੌਜੂਦਗੀ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਘਟਨਾ ਨੂੰ ਲੈ ਕੇ BJP ਦੇ ਉੱਤੇ ਤਿੱਖਾ ਹਮਲਾ ਕਰਦਿਆਂ ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਚੋਣ ਕਮਿਸ਼ਨ ਨੂੰ ਅਜਿਹੀਆਂ ਸ਼ਿਕਾਇਤਾਂ ਦੇ ਉੱਤੇ ਫੈਸਲਾਕੁਨ ਕਾਰਵਾਈ ਕਰਨੀ ਚਾਹੀਦੀ ਹੈ। ਕਾਂਗਰਸੀ ਜਨਰਲ ਸਕੱਤਰ ਨੇ ਕਿਹਾ ਕਿ ਸਾਰੀਆਂ ਰਾਸ਼ਟਰੀ ਪਾਰਟੀਆਂ ਵੱਲੋਂ EVM ਦੀਆਂ ਜ਼ਰੂਰਤਾਂ ਦੀ ਵਰਤੋਂ ਦਾ ਮੁੜ ਮੁਲਾਂਕਣ ਕਰਨਾ ਚਾਹੀਦਾ। ਪ੍ਰਿਯੰਕਾ ਨੇ ਇਹ ਵੀ ਗੱਲ ਕਹੀ ਹੈ ਕਿ ਭਾਜਪਾ ਆਪਣੇ ਮੀਡੀਆ ਸਿਸਟਮ ਦਾ ਇਸਤੇਮਾਲ ਉਹਨਾਂ ਲੋਕਾਂ ਦੇ ਉੱਤੇ ਦੋਸ਼ ਲਾਉਣ ਦੇ ਲਈ ਵਰਤਦੀ ਹੈ ਜਿਨ੍ਹਾਂ ਨੇ ਉਹਨਾਂ ਦਾ ਪਰਦਾਫਾਸ਼ ਕੀਤਾ ਹੁੰਦਾ। ਕਾਂਗਰਸੀ ਆਗੂ ਨੇ ਕਿਹਾ ਹਰ ਵਾਰ EVM ਕਿਸੇ ਨਿੱਜੀ ਵਾਹਨ ਦੇ ਵਿੱਚ ਫੜੀ ਜਾਂਦੀ ਹੈ ਤਾਂ ਅਸਿੱਧੇ ਤੌਰ ਦੇ ਉੱਤੇ ਉਹਨਾਂ ਕੋਲ ਹੇਠ ਲਿਖੀਆਂ ਚੀਜ਼ਾਂ ਹੁੰਦੀਆਂ ਨੇ। ਵਾਹਨ ਅਕਸਰ ਭਾਜਪਾ ਉਮੀਦਵਾਰ ਜਾਂ ਉਹਨਾਂ ਦੇ ਸਹਿਯੋਗੀਆਂ ਦੇ ਹੁੰਦੇ ਨੇ। ਵੀਡੀਓ ਨੂੰ ਸਿਰਫ ਇੱਕ ਘਟਨਾ ਮੰਨਦਿਆਂ ਇੱਕ ਭੁਲੇਖੇ ਵਜੋਂ ਖਾਰਜ ਕਰ ਦਿੱਤਾ ਜਾਂਦਾ ਹੈ। ਭਾਜਪਾ ਆਪਣੇ ਮੀਡੀਆ ਪ੍ਰਣਾਲੀ ਦੀ ਵਰਤੋਂ ਉਹਨਾਂ ਲੋਕਾਂ ਦੇ ਉੱਤੇ ਇਲਜ਼ਾਮ ਲਾਉਣ ਲਈ ਕਰਦੀ ਹੈ ਜਿਨ੍ਹਾਂ ਨੇ ਵੀਡੀਓ ਰਾਹੀਂ ਪਰਦਾਫਾਸ਼ ਕੀਤਾ ਹੁੰਦਾ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦੇ ਉੱਤੇ
ਪੋਲਿੰਗ ਅਧਿਕਾਰੀਆਂ ਨੂੰ 4 ਜਣਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਸ਼ੁੱਕਰਵਾਰ ਨੂੰ ਯਾਨੀ ਕਿ ਲੰਘੇ ਕੱਲ ਆਪਣੀ ਰਿਪੋਰਟ ਦੇ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਈਵੀਐਮ ਸੁਰੱਖਿਅਤ ਨੇ। ਹਾਲਾਂਕਿ ਰਤਾਬਾੜੀ ਹਲਕੇ ਦੇ ਇੰਦਰਾ MV ਸਕੂਲ ਦੇ ਵਿੱਚ ਦੁਬਾਰਾ ਪੋਲਿੰਗ ਕੀਤੀ ਜਾਵੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ EVM ਦੀ ਭਰੋਸੇਯੋਗਤਾ ਦੇ ਉੱਤੇ ਸਮੇਂ-ਸਮੇਂ ਤੇ ਸਵਾਲ ਖੜੇ ਹੋਏ ਆ, ਉਹ ਆਪਣੀ ਥਾਂ ਦੇ ਉੱਤੇ ਹੋਰ ਗੂੜੇ ਹੁੰਦੇ ਜਾ ਰਹੇ ਆ। ਉਹਦਾ ਕਾਰਨ ਇਹ ਆ ਵੀ ਅਮਰੀਕਾ ਵਰਗਾ ਵਿਕਾਸਸ਼ੀਲ ਦੇਸ਼, ਜਿੱਥੇ ਕਿ EVM ਦੇ ਨਾਲ ਵੀ ਵੋਟਾਂ ਪੈ ਸਕਦੀਆਂ, ਉੱਥੇ ਬੈਲਟ ਪੇਪਰ ਦੇ ਰਾਹੀਂ ਵੋਟਾਂ ਪੈਂਦੀਆਂ। ਕੀ ਉਹ ਸਾਡੇ ਤੋਂ ਤਰੱਕੀ ਦੇ ਮਾਮਲੇ ਦੇ ਵਿੱਚ ਪਿੱਛੇ ਹੈ ਦੇਸ਼? ਕੀ ਉਹ ਸਾਡੀ ਰੀਸ ਨਹੀਂ ਕਰ ਸਕਦਾ? ਕੀ ਉਹ ਸਾਡੇ ਨਾਲੋਂ ਘੱਟ ਡਿਜੀਟਲ ਆ? ਇਸ ਮਾਮਲੇ ਦੇ ਉੱਤੇ ਕਈ ਤਰ੍ਹਾਂ ਦੀਆਂ ਵਿਚਾਰਾਂ ਹੁੰਦੀਆਂ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਆ ਤੇ ਦਾਇਰੇ ਦੇ ਵਿੱਚ ਰਹਿ ਕੇ ਸਭ ਨੂੰ ਵਿਚਾਰ ਪ੍ਰਗਟਾਵੇ ਦਾ ਅਧਿਕਾਰ ਸਾਡਾ ਸੰਵਿਧਾਨ ਵੀ ਦਿੰਦਾ, ਸਾਡਾ ਕਾਨੂੰਨ ਦਿੰਦਾ। ਪਰ ਲੋਕ ਇਹ ਗੱਲ ਕਹਿੰਦੇ ਆ ਵੀ ਜੇਕਰ ਅੱਜ ਤੁਹਾਡੇ ਫੇਸਬੁੱਕ ਖਾਤੇ ਹੈਕ ਹੋ ਸਕਦੇ ਆ, ਤੁਹਾਡੇ ਮੋਬਾਈਲ ਹੈਕ ਹੋਈ ਜਾਂਦੇ ਆ, ਤੁਹਾਡੀ ਪਰਸਨਲ ID ਹੈਕ ਹੋ ਜਾਂਦੀ ਹੈ, ਤੁਹਾਡੀ ਫੇਸਬੁੱਕ ਤੋਂ ਇਲਾਵਾ ਬਾਕੀ WhatsApp ਵੀ ਹੈ ਜਿਹੜਾ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ, ਜੇਕਰ ਕੰਪਨੀਆਂ ਇੱਕ ਦੂਜੇ ਨਾਲ ਕਾਲੇ ਮਾਲੇ ਬਹੁਤ ਤਰ੍ਹਾਂ ਦੇ ਕਰ ਸਕਦੀਆਂ ਤਾਂ ਫਿਰ EVM ਕਿਉਂ ਨਹੀਂ ਹੈਕ ਹੋ ਸਕਦੀ? ਜੇਕਰ ਤੁਹਾਡਾ ਨਿੱਜੀ ਡਾਟਾ ਹੈਕ ਹੋ ਸਕਦਾ ਤਾਂ ਫਿਰ EVM ਕਿਉਂ ਨਹੀਂ ਹੋ ਸਕਦੀ? ਸੋ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੈ। ਪਰ BJP ਦੇ ਨੇਤਾ ਦੀ ਗੱਡੀ ਦੇ ਵਿੱਚੋਂ ਕਿਉਂ ਇਹ ਮਿਲੀ ਹੈ? ਹੁਣ ਇਹਦੇ ਮੁਤਲਕ ਉੱਤਰ ਦਿੱਤਾ ਜਾ ਰਿਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕਿ ਜੀ ਸਰਕਾਰੀ ਗੱਡੀ ਖਰਾਬ ਹੋ ਗਈ ਸੀ, ਇਸ ਕਰਕੇ ਨਿੱਜੀ ਗੱਡੀ ਦੇ ਵਿੱਚ ਰੱਖ ਲਈ ਗਈ। ਪਰ ਇਹੋ ਜਿਹੇ ਉੱਤਰ ਹੀ ਪਹਿਲਾਂ ਮਿਲਦੇ ਰਹੇ ਆ, ਪਰ ਇਹਦੇ ਨਾਲ ਸ਼ੱਕ ਹੋਰ ਗੂੜਾ ਹੁੰਦਾ ਜਾ ਰਿਹਾ। ਉਹਦਾ ਕਾਰਨ ਇਹ ਹੈ ਕਿ EVM ਇਸ ਵਕਤ ਇੰਨੇ ਕੁ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਵੀ ਜਿਹਦੇ ਬਾਬਤ ਕਦੇ ਸ਼ਾਇਦ ਕੋਈ ਉੱਤਰ ਮਿਲੇ ਵੀ ਨਾ। ਉਹਦਾ ਕਾਰਨ ਇਹ ਹੈ ਵੀ ਕਈ ਥਾਵਾਂ ਦੇ ਉੱਤੇ BJP ਦੀ ਹਾਲਤ ਬਹੁਤੀ ਮਜ਼ਬੂਤ ਨਹੀਂ ਹੁੰਦੀ, ਪਰ ਫਿਰ ਵੀ ਉੱਥੇ ਫੁੱਲ ਬਟਾ ਫੁੱਲ ਉਹਨਾਂ ਦਾ ਵਧੀਆ ਰਿਸਪੌਂਸ ਹੁੰਦਾ, ਫਿਰ ਵੀ ਉਹਨਾਂ ਨੂੰ ਬਹੁਤ ਸਾਰੀਆਂ ਸੀਟਾਂ ਮਿਲ ਜਾਂਦੀਆਂ। ਇਹਦੇ ਪਿੱਛੇ ਵਜ੍ਹਾ ਕੀ ਹੈ? ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਆ। ਪਿਛਲੇ ਕਾਫੀ ਲੰਮੇ ਸਮੇਂ ਤੋਂ EVM ਦੇ ਬਾਬਤ ਵਿਧਾਨ ਸਭਾਵਾਂ ਦੇ ਵਿੱਚ ਵੀ ਗੱਲ ਚੱਲ ਰਹੀ ਹੈ। ਮਹਾਰਾਸ਼ਟਰ ਦੀ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠਿਆ ਕਿ ਵੋਟਾਂ ਜਿਹੜੀਆਂ ਬੈਲਟ ਪੇਪਰ ਦੇ ਰਾਹੀਂ ਪੈਣੀਆਂ ਚਾਹੀਦੀਆਂ। ਹੁਣੇ ਜਿਹੜਾ ਪੰਜਾਬ ਦੇ ਵਿੱਚ ਬਜਟ ਸੈਸ਼ਨ ਹੋ ਕੇ ਹਟਿਆ, ਇਹਦੇ ਵਿੱਚ ਵੀ ਕਈ ਨੇਤਾਵਾਂ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਵੋਟਾਂ EVM ਦੀ ਥਾਂ ਦੇ ਉੱਤੇ ਬੈਲਟ ਪੇਪਰ ਰਾਹੀਂ ਪੈਣੀਆਂ ਚਾਹੀਦੀਆਂ। ਪਰ ਇਹ ਕਦੋਂ ਸਾਰਾ ਕੁਝ ਸ਼ੁਰੂ ਹੋਊਗਾ ਕੁਝ ਕਹਿ ਨਹੀਂ ਸਕਦੇ। ਪਰ EVM ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ, ਸ਼ੱਕ ਪੈਦਾ ਹੋ ਗਿਆ। ਪੰਜਾਬ ਦੇ ਵਿੱਚ ਔਰਤਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ, ਚੰਗੀ ਗੱਲ ਹੈ। ਪਰ ਔਰਤਾਂ ਨੂੰ ਇਹ ਸਹੂਲਤ ਦੇਣ ਤੋਂ ਬਾਅਦ ਰੋਡਵੇਜ਼ ਦਾ ਕੀ ਬਣੂਗਾ? ਇਹਦੇ ਬਾਬਤ ਹੁਣ ਇੱਕ ਚਿੱਠੀ ਸਾਹਮਣੇ ਆਈ ਹੈ। ਜਿਸ ਤਰੀਕੇ ਦੇ ਨਾਲ ਰੋਡਵੇਜ਼ ਪਹਿਲਾਂ ਹੀ ਘਾਟੇ ਦੇ ਵਿੱਚ ਹੈ, ਉੱਥੋਂ ਦੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਤਨਖਾਹਾਂ ਨਿਗੂਣੀਆਂ ਵੇਲੇ ਸਿਰ ਨਹੀਂ ਮਿਲਦੀਆਂ, ਰੋਡਵੇਜ਼ ਦੀਆਂ ਬੱਸਾਂ ਦੀ ਕਈਆਂ ਦੀ ਹਾਲਤ ਮਾੜੀ ਹੈ। ਜਿਸ ਤਰੀਕੇ ਦੇ ਨਾਲ ਡਿਪੂਆਂ ਦੇ ਉੱਤੇ ਸਵਾਲ ਉੱਠਦੇ ਆ, ਇਹਦੇ ਬਾਬਤ ਕਈ ਵਾਰ ਕਈ ਤਰ੍ਹਾਂ ਦੇ ਵਿਚਾਰ ਸਮੇਂ-ਸਮੇਂ ਦੇ ਉੱਤੇ ਸਾਹਮਣੇ ਆਏ ਆ। ਪਰ ਹੁਣ ਜੋ ਪੰਜਾਬ ਦੀ ਸਰਕਾਰ ਦੇ ਵੱਲੋਂ ਔਰਤਾਂ ਦੇ ਵਾਸਤੇ ਸਹੂਲਤ ਪੈਦਾ ਕੀਤੀ ਗਈ ਆ, ਉਸ ਤੋਂ ਬਾਅਦ ਇਹ ਸਵਾਲ ਹੋਰ ਗੂੜਾ ਹੁੰਦਾ ਕਿ ਆਮਦਨ ਦਾ ਵਸੀਲਾ ਕਿੱਥੋਂ ਪੈਦਾ ਕੀਤਾ ਜਾਊਗਾ? ਇਹ ਹੁਣ ਕਿਹੜੇ ਖੇਤਰ ਦੇ ਉੱਤੇ ਬੋਝ ਪਾਇਆ ਜਾਊਗਾ? ਕਿਉਂਕਿ ਸਰਕਾਰਾਂ ਨੇ ਆਪਦੇ ਪੱਲੇ ਤਾਂ ਕੁਝ ਦੇਣਾ ਨਹੀਂ, ਇਹ ਤਾਂ ਚੋਣ ਵਰ੍ਹਾ ਹੋਣ ਕਰਕੇ ਇੱਕ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੋਟਾਂ ਦੇ ਮੱਦੇਨਜ਼ਰ। ਪਰ ਹੁਣ ਕਿਹੜੀ ਚੀਜ਼ ਦੇ ਉੱਤੇ ਭਾਰ ਵਧਾ ਕੇ ਤੇ ਲੋਕਾਂ ਨੂੰ ਅਹਿਸਾਸ ਕਰਾਇਆ ਜਾਊਗਾ ਕਿ ਦੇਖੋ ਜੀ ਇੱਧਰ ਤੁਹਾਨੂੰ ਸਹੂਲਤ ਦਿੱਤੀ ਆ, ਇੱਧਰਲਾ ਭਾਰ ਵੀ ਤੁਹਾਨੂੰ ਚੁੱਕਣਾ ਪੈਣਾ। ਜਿਹੜੀ ਚਿੱਠੀ ਸਾਹਮਣੇ ਆਈ ਆ ਉਹਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਵੀ ਕਿਹੜੇ ਮੌਕੇ ਕਿੰਨਾ ਸਾਨੂੰ ਖਰਚਾ ਪੈਂਦਾ ਤੇ ਕਿਹੜੇ ਮੌਕੇ ਦੇ ਉੱਤੇ ਕਿੰਨੀ ਆਮਦਨ ਹੁੰਦੀ ਹੈ। ਪਰ ਹੁਣ ਕਿਵੇਂ ਆਮਦਨ ਘਟ ਜਾਣੀ ਆ ਔਰਤਾਂ ਨੇ ਮੁਫਤ ਸਫ਼ਰ ਦੇ ਕਰਕੇ? ਪਹਿਲਾਂ ਇਸ ਰਿਪੋਰਟ ਦਾ ਵੇਰਵਾ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਅੰਦਰ ਔਰਤਾਂ ਵਾਸਤੇ ਮੁਫਤ ਬੱਸ ਸਫ਼ਰ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਇਹਦੇ ਨਾਲ ਰੋਡਵੇਜ਼ ਨੂੰ 217 ਕਰੋੜ ਤੇ 90 ਲੱਖ ਰੁਪਏ ਦਾ ਘਾਟਾ ਪਵੇਗਾ। ਇਹ ਜ਼ਿਕਰ ਦਫ਼ਤਰ ਡਾਇਰੈਕਟੋਰੇਟ ਸਟੇਟ ਟਰਾਂਸਪੋਰਟ ਨੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਲਿਖੀ ਇੱਕ ਚਿੱਠੀ ਦੇ ਵਿੱਚ ਕੀਤਾ ਹੈ। ਇਸ ਚਿੱਠੀ ਦੇ ਮੁਤਾਬਕ ਸਾਲ 2019-2020 ਦੇ ਵਿੱਚ ਪਨਬੱਸ ਦੀ ਰੂਟ ਆਮਦਨ 487 ਕਰੋੜ ਰੁਪਏ ਤੋਂ ਵੱਧ ਰਹੀ ਹੈ, ਜਦਕਿ ਪੰਜਾਬ ਰੋਡਵੇਜ਼ ਦੀ 257 ਕਰੋੜ ਤੋਂ ਵੱਧ ਦੀ ਰਹੀ ਹੈ। ਇਹਨਾਂ ਦੋਹਾਂ ਤੋਂ ਕੁੱਲ ਆਮਦਨ 544 ਕਰੋੜ ਰੁਪਏ ਤੋਂ ਵੱਧ ਹੋਈ ਹੈ। ਇਹਦੇ ਵਿੱਚ ਜੇਕਰ ਔਰਤ ਯਾਤਰੀਆਂ ਨੂੰ 40% ਦੀ ਆਧਾਰ ਮੰਨ ਲਿਆ ਜਾਵੇ ਤਾਂ ਲਗਭਗ 218 ਕਰੋੜ ਰੁਪਇਆ ਰੂਟ ਆਮਦਨ ਸਿਰਫ ਔਰਤ ਯਾਤਰੀਆਂ ਦੇ ਕੋਲੋਂ ਪ੍ਰਾਪਤ ਹੋਈ ਹੈ। ਚਿੱਠੀ ਦੇ ਵਿੱਚ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਜੇਕਰ ਔਰਤਾਂ ਨੂੰ ਇਹ ਮੁਫਤ ਬੱਸ ਸਫ਼ਰ ਦੀ ਸਹੂਲਤ ਜਾਰੀ ਰੱਖੀ ਜਾਂਦੀ ਹੈ ਤਾਂ ਪੰਜਾਬ ਰੋਡਵੇਜ਼ ਨੂੰ ਅੰਦਾਜ਼ਨ 218 ਕਰੋੜ ਰੁਪਏ ਦਾ ਸਾਲਾਨਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਲਈ ਦਫ਼ਤਰ ਨੇ ਮੰਗ ਕੀਤੀ ਹੈ ਕਿ ਭਵਿੱਖ ਦੇ ਵਿੱਚ ਇਸ ਘਾਟੇ ਦੀ ਪੂਰਤੀ ਦੇ ਲਈ ਬਜਟ ਦੀ ਵਿਵਸਥਾ ਦੇ ਵਿੱਚ ਵੀ ਵਾਧਾ ਕਰਨਾ ਪਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਔਰਤਾਂ ਨੂੰ ਤੇ ਹਰ ਵਰਗ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ। ਸਰਕਾਰਾਂ ਸਹੂਲਤਾਂ ਦੇਣ ਦੇ ਵਾਸਤੇ ਹੁੰਦੀਆਂ, ਪਰ ਇਹ ਸਹੂਲਤਾਂ ਦੇ ਲਈ ਅਸੀਂ ਵਸੀਲੇ ਕਿੱਥੋਂ ਪੈਦਾ ਕਰਨੇ, ਇਹ ਵੀ ਗੱਲ ਹੈ। ਰੋਡਵੇਜ਼ ਅਦਾਰਾ ਪਹਿਲਾਂ ਬਹੁਤ ਘਾਟੇ ਦੇ ਵਿੱਚ ਹੈ, ਪਨਬੱਸ ਘਾਟੇ ਦੇ ਵਿੱਚ ਹੈ। ਲਗਾਤਾਰ ਇਹੋ ਜਿਹੀਆਂ ਖਬਰਾਂ ਆਉਂਦੀਆਂ ਕਿ ਨਿੱਜੀ ਬੱਸ ਕੰਪਨੀਆਂ ਨੇ ਰੋਡਵੇਜ਼ ਅਦਾਰੇ ਨੂੰ ਮਾਂਜ ਕੇ ਰੱਖਤਾ।
ਤੇ ਇਹਦੇ ਪਿੱਛੇ ਸਰਕਾਰਾਂ ਤੇ ਸਾਡੇ ਚੁਣੇ ਹੋਏ ਨੁਮਾਇੰਦੇ ਹੀ ਜ਼ਿੰਮੇਵਾਰ ਆ। ਬਹੁਤ ਵੱਡੇ ਵੱਡੇ ਨੇਤਾ ਇਹੋ ਜਿਹੇ ਜਿਨ੍ਹਾਂ ਦੀਆਂ ਨਿੱਜੀ ਕੰਪਨੀਆਂ ਚੱਲਦੀਆਂ, ਜਿਨ੍ਹਾਂ ਦੀਆਂ ਨਿੱਜੀ ਬੱਸਾਂ ਚੱਲਦੀਆਂ, ਉਹ ਵੀ ਦਰਜਨਾਂ ਦੇ ਵਿੱਚ ਨਹੀਂ ਸੈਂਕੜਿਆਂ ਹਜ਼ਾਰਾਂ ਦੇ ਵਿੱਚ ਚੱਲਦੀਆਂ। ਸੋ ਉਹਨਾਂ ਨੂੰ ਵੱਧ ਸਮਾਂ ਮਿਲਦਾ ਕਾਊਂਟਰਾਂ ਦੇ ਉੱਤੇ ਬੱਸ ਅੱਡਿਆਂ ਦੇ ਵਿੱਚ, ਤੇ ਸਰਕਾਰੀ ਬੱਸਾਂ ਨੂੰ ਬਹੁਤ ਘੱਟ ਸਮਾਂ ਮਿਲਦਾ। ਇਸ ਕਰਕੇ ਉਹ ਖਾਲੀ ਜਾਂਦੀਆਂ ਤੇ ਪ੍ਰਾਈਵੇਟ ਬੱਸਾਂ ਭਰੀਆਂ ਭਰਾਈਆਂ ਜਾਂਦੀਆਂ। ਸੋ ਅਗਲੀ ਗੱਲ ਇਹ ਆ ਵੀ ਜਦੋਂ ਪਹਿਲਾਂ ਘਾਟੇ ਦੇ ਵਿੱਚ ਆ ਕੋਈ ਅਦਾਰਾ, ਉਹਨੂੰ ਅਸੀਂ ਸਹੂਲਤਾਂ ਦੇ ਨਾਲ ਜੋੜ ਕੇ ਤੇ ਉਹਨੂੰ ਹੋਰ ਘਾਟੇ ਦੇ ਵਿੱਚ ਪਾਵਾਂਗੇ ਤਾਂ ਘਾਟਾ ਪੂਰਾ ਕਿਵੇਂ ਕਰਨਾ। ਔਰਤਾਂ ਦੇ ਇੱਕ ਹਿੱਸੇ ਦੇ ਵੱਲੋਂ ਵੀ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਇੱਕ ਪਾਸੇ ਸਹੂਲਤ ਦੇ ਕੇ ਕਿਸੇ ਨਾ ਕਿਸੇ ਹੋਰ ਪਾਸੇ ਦੇ ਵਿੱਚੋਂ ਖਰਚਾ ਕੱਢ ਲਿਆ ਜਾਣਾ। ਔਰਤਾਂ ਨੇ ਇਹ ਵੀ ਗੱਲ ਕਹੀ ਹੈ ਵੀ ਸਾਡੇ ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਕੋਈ ਸਰਕਾਰੀ ਬੱਸ ਨਹੀਂ ਚੱਲਦੀ, ਉੱਥੇ ਪ੍ਰਾਈਵੇਟ ਚੱਲਦੀਆਂ। ਬਹੁਤ ਸਾਰੇ ਪਿੰਡ ਇਹੋ ਜਿਹੇ ਜਿੱਥੋਂ ਕਿ ਸਰਕਾਰੀ ਬੱਸਾਂ ਨਹੀਂ ਚੱਲਦੀਆਂ, ਜਿੱਥੇ ਪ੍ਰਾਈਵੇਟ ਬੱਸਾਂ ਚੱਲਦੀਆਂ, ਪਿੰਡ ਨੂੰ ਸ਼ਹਿਰ ਨਾਲ ਜੋੜਨ ਵਾਲੀਆਂ ਥਾਵਾਂ ਜਿਹੜੀਆਂ। ਸੋ ਉਹਨਾਂ ਔਰਤਾਂ ਨੂੰ ਇਹਦਾ ਕਿੰਨਾ ਕੁ ਲਾਭ ਹੋਊਗਾ, ਸਵਾਲ ਇਹ ਵੀ ਆ। ਪਰ ਗੱਲ ਇਹ ਆ ਵੀ ਭਾਵੇਂ ਘੱਟ ਫਾਇਦਾ ਹੋਵੇ ਔਰਤਾਂ ਨੂੰ, ਭਾਵੇਂ ਵੱਧ ਫਾਇਦਾ ਹੋਵੇ, ਹਾਲ ਦੀ ਘੜੀ ਤਾਂ ਔਰਤਾਂ ਨੂੰ ਲਾਭ ਹੋ ਰਿਹਾ, ਪਰ ਘਾਟਾ ਵੀ ਹਾਲ ਦੀ ਘੜੀ ਦਿਸ ਰਿਹਾ। ਇਸ ਘਾਟੇ ਦੀ ਪੂਰਤੀ ਕਿਵੇਂ ਹੋਊਗੀ, ਇਹ ਆਉਣ ਵਾਲਾ ਵਕਤ ਬਿਆਨ ਕਰੂਗਾ। ਤੇ ਜਾਂਦੇ ਜਾਂਦੇ ਇੱਕ ਦੁਖਦਾਈ ਖਬਰ ਸਾਂਝੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਵਿਚਲੀਆਂ ਬਹੁਤ ਮਹਾਨ ਸ਼ਖਸੀਅਤਾਂ ਕਲਾ ਖੇਤਰ ਨਾਲ ਜੁੜੀਆਂ ਜਹਾਨੋਂ ਕੂਚ ਕਰ ਰਹੀਆਂ। ਹਾਲੇ ਦਿਲਜਾਨ ਦਾ ਸੰਸਕਾਰ ਨਹੀਂ ਹੋਇਆ ਤੇ ਸ਼ੌਕਤ ਅਲੀ ਸਾਹਿਬ ਜਿਹੜੇ ਕਿ ਪਾਕਿਸਤਾਨ ਦੇ ਆ, ਉਹਨਾਂ ਦੀ ਮੌਤ ਦੀ ਖਬਰ ਆ ਗਈ ਆ। ਬੜਾ ਦੁੱਖ ਹੋਇਆ ਇਸ ਗੱਲ ਦੇ ਉੱਤੇ। ਕਲਾਕਾਰ ਦਾ ਕੋਈ ਦੇਸ਼ ਨਹੀਂ ਹੁੰਦਾ, ਕਲਾਕਾਰ ਦੇ ਲਈ ਕੋਈ ਹੱਦ ਸਰਹੱਦ ਨਹੀਂ ਹੁੰਦੀ, ਕਲਾਕਾਰ ਦੇ ਲਈ ਕੋਈ ਰਾਜਨੀਤਿਕ ਪਾਰਟੀਆਂ ਨਹੀਂ ਹੁੰਦੀਆਂ, ਕਲਾਕਾਰ ਸਭ ਦਾ ਸਾਂਝਾ ਹੁੰਦਾ। ਸ਼ੌਕਤ ਅਲੀ ਸਾਹਿਬ ਦੇ ਚਲਾਣੇ ਤੋਂ ਬਾਅਦ ਗੱਚ ਸਭ ਦਾ ਭਰਿਆ, ਕਿਉਂਕਿ ਉਹ ਬਹੁਤ ਵੱਡੇ ਗਾਇਕ ਸੀ, ਉਹ ਬਹੁਤ ਨਾਮਣੇ ਵਾਲੇ ਗਾਇਕ ਸੀ। ਉਹਨਾਂ ਨੇ ਪੂਰੀ ਜ਼ਿੰਦਗੀ ਬਹੁਤ ਚੰਗਾ ਗਾਇਆ। ਸੋ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਹਰ ਕੋਈ ਗਮਗੀਨ ਆ ਜਿਹੜਾ ਉਹਨਾਂ ਦੀ ਗਾਇਕੀ ਦਾ ਆਸ਼ਿਕ ਸੀ। ਸੋ ਭਵਿੱਖ ਦੇ ਵਿੱਚ ਕਿਸੇ ਦਾ ਵਾਲ ਨਾ ਵਿੰਗਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।